तेग बहादुर सिमरिए कर नाउ नित आवे ताए। तेग बहादुर सिमरिए कर नाउ नित आवे ताए। सतनाम ਧੰਨ ਵਾਹਿਗੁਰੂ ਜੀ। ਹੇ ਪ੍ਰਾਨਨਾਥ ਗੋਬਿੰਦੇ ਕਿਰਪਾ ਨਿਧਾਨ ਜਗਦ ਗੁਰੂ। हे संसार ताप हरने करुणा मैं सब दुख हरो। हे शरण जोग दयाले दीनानाथ मया करो। शरीर स्वस्थ खीन समय सिमरंत नानक राम दमोदर माधवे। जेता समुंद सागर नीर भरिया तेते अवगन हमारे। दया करहो किश मेहर उपावो डुब दे पत्थर तारे। ना हो जति सती नहीं पड़िया मूर्ख मुग्धा जन्म पया। मूर्ख मुग्धा जन्म पया परनवत नानक तिनकी सरना। जैन तू नाही विसरिया श्री हर कृष्ण ध्याइयै। जिस डिठै सब दुख जाए तेग बहादुर सिमरियै कर नाउ नित आवे ताए। तेग बहादुर सिमरियै कर नाउ नित आवे ताए। सब थाई होए सहाय। परम सन्मानयोग जुगो जुगा टल तख्त चौर छत्र दे मालिक सतगुरु श्री गुरु ग्रंथ साहिब महाराज पातशाह जी दी पावन पवित्र हजूरी अंदर नौवें पातशाह धन श्री गुरु तेग बहादुर महाराज जी दे पावन 400 साला आगमन गुरपुरब नूं समर्पित हो करके आप संगत लड़ीवार सतगुरु जी का इतिहास सरवण कर रहे हो। सतगुरु महाराज जी बख्शिश करन गुरमत विचारां गुर इतिहास की सांझ आपां करिए। मन बिरतियां एकाग्र करो। आओ सतगुरु महाराज जी दे चरनां दे विच हाज़री लगवाउंदिआं गुरु गोबिंद सिंह महाराज जी की बख्शिश फतेह प्रवान करो जी। वाहिगुरु जी का खालसा वाहिगुरु जी की फतेह। आप जी ने पिछले दीवान दे विच सरवण कीता है कि सतगुरु गुरु तेग बहादुर महाराज जी परिवार समेत अपने माता सत्कारयोग माता नानकी जी अपने महल
ਸਤਿਕਾਰਯੋਗ ਮਾਤਾ ਗੁਜਰੀ ਜੀ ਤੇ ਬਹੁਤ ਸਾਰੇ ਸਿੱਖਾਂ ਦੇ ਨਾਲ ਪਟਨੇ ਦੀ ਧਰਤੀ ਤੇ ਸਤਿਗੁਰ ਮਹਾਰਾਜ ਪਹੁੰਚੇ। ਅਨੇਕ ਸ਼ਰਧਾਲੂ ਸ਼ਰਧਾ ਧਾਰਨ ਕਰਕੇ ਸਤਿਗੁਰ ਮਹਾਰਾਜ ਜੀ ਦੇ ਮੁਬਾਰਕ ਚਰਨਾਂ ਦੇ ਵਿੱਚ ਆ ਕਰਕੇ ਉਹਨਾਂ ਨੇ ਸਿਜਦਾ ਕੀਤਾ। ਜੈਸੀ ਮਨ ਦੀ ਭਾਵਨਾ ਲੈ ਕਰਕੇ ਕੋਈ ਆਇਆ, ਤੈਸੀ ਭਾਵਨਾ ਸਤਿਗੁਰ ਮਹਾਰਾਜ ਜੀ ਨੇ ਪੂਰਨ ਕੀਤੀ ਹੈ। ਇਸੇ ਹੀ ਅਸਥਾਨ ਤੇ ਬੰਗਾਲ ਦੀ ਧਰਤੀ ਤੋਂ ਚੱਲ ਕਰਕੇ ਸੰਗਤ ਜਿਹੜੀ ਹੈ ਉਹ ਸਤਿਗੁਰ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਵੀ ਆਈ। ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਸੰਗਤ ਕਰਦੀ ਹੈ ਕਿ ਸਤਿਗੁਰ ਮਹਾਰਾਜ ਆਪ ਕਿਰਪਾ ਕਰੋ, ਆਪ ਬੰਗਾਲ ਟਾਕੇ ਦੇ ਵਿੱਚ ਵੀ ਆਪ ਜੀ ਦਰਸ਼ਨ ਦੇਣਾ ਕਰੋ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਜਿਹੜੇ ਸੁਚੇਤ ਹੋਏ ਮਨ ਵਾਲੇ ਸਨ, ਜਿਨ੍ਹਾਂ ਦਾ ਹਿਰਦਾ ਜਿਹੜਾ ਸੀ ਉਹ ਗੁਰੂ ਦੇ ਸ਼ਬਦ ਦੇ ਨਾਲ ਜਾਗ ਚੁੱਕਿਆ ਸੀ, ਮਹਾਰਾਜ ਪਾਵਨ ਬਾਣੀ ਦੇ ਵਿੱਚ ਕਿਰਪਾ ਕੀਤੀ। ਸਤਿਗੁਰੂ ਮਹਾਰਾਜ ਜੀ ਆਖਦੇ ਹਨ, ਸਿਮਰ ਸਿਮਰ ਗੁਰ ਸਤਿਗੁਰ ਆਪਣਾ, ਸੋਇਆ ਮਨ ਜਾਗਾਈ। ਸੁੱਤੇ ਹੋਏ ਮਨ ਨੂੰ ਜਗਾਉਣ ਵਾਸਤੇ ਪਰਮਾਤਮਾ ਦਾ ਸਿਮਰਨ ਜ਼ਰੂਰੀ ਹੈ। ਸਿਮਰ ਸਿਮਰ ਗੁਰ ਸਤਿਗੁਰ ਆਪਣਾ। ਤੇ ਜਿਉਂ-ਜਿਉਂ ਅਸੀਂ ਸਿਮਰਦੇ ਹਾਂ, ਜਿਉਂ-ਜਿਉਂ ਚੇਤੇ ਕਰਦੇ ਹਾਂ, ਜਿਉਂ-ਜਿਉਂ ਯਾਦ ਦੇ ਵਿੱਚ ਜੁੜਦੇ ਹਾਂ, ਫਿਰ ਉਸ ਪਰਮਾਤਮਾ ਦੀ ਕਿਰਪਾ ਦੇ ਨਾਲ ਇਹ ਸ਼ਬਦ ਜਿਹੜਾ ਹੈ ਸੁੱਤੇ ਹੋਏ ਮਨ ਨੂੰ ਜਿਹੜਾ ਹੈ ਉਹਨੂੰ ਜਾਗ ਦਿੰਦਾ ਹੈ, ਜਗਾ ਦਿੰਦਾ ਹੈ। ਸੁਪਨਿਆਂ ਦੇ ਵਿੱਚੋਂ, ਸੁਪਨਿਆਂ ਦੇ ਖਿਆਲਾਂ ਦੀ ਇਹ ਦੁਨੀਆ ਜਿਹੜੀ ਹੈ ਇਹ ਮ੍ਰਿਤ ਮੰਡਲ ਹੈ। ਇਸ ਦੀ ਸਮਝ ਆ ਜਾਂਦੀ ਹੈ ਕਿ ਜੋ ਅਸੀਂ ਜਾਗਦੀਆਂ ਅੱਖਾਂ ਨਾਲ ਵੀ ਦੇਖਦੇ ਪਏ ਹਾਂ, ਅਸਲ 'ਚ ਹੈ ਇਹ ਵੀ ਸੁਪਨਾ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਕਿਸੇ ਜਗਿਆਸੂ ਸਿੱਖ ਨੇ ਬੇਨਤੀ ਕੀਤੀ, ਮਹਾਰਾਜ ਕਿ ਬਾਣੀ ਸੁਣਦੇ ਹਾਂ ਰੋਜ਼, ਤੇ ਬਾਣੀ ਦੇ ਨਾਲ ਮਨ ਨੂੰ ਟਿਕਾ ਵੀ ਆਉਂਦਾ ਹੈ, ਪਰ ਬਾਣੀ ਦੇ ਅਰਥ ਭਾਵ ਪੱਲੇ ਨਹੀਂ ਪੈਂਦੇ, ਅਰਥ ਸਮਝ ਵਿੱਚ ਕਈ ਵਾਰੀ ਨਹੀਂ ਆਉਂਦੇ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕੀ ਕਰੀਏ? ਐਸਾ ਹੀ ਸਵਾਲ ਧੰਨ ਗੁਰੂ ਹਰਿ ਰਾਏ ਸਾਹਿਬ ਮਹਾਰਾਜ ਜੀ ਨੂੰ ਵੀ ਸਿੱਖਾਂ ਨੇ ਪੁੱਛਿਆ ਸੀ ਕਿ ਮਹਾਰਾਜ ਕੇ ਅਰਥ ਪਰਮਾਰਥ ਕਛੂ ਨਾ ਜਾਣਾ। ਬਾਣੀ ਪੜ੍ਹਦੇ ਹਾਂ ਪਰ ਅਰਥ ਪਰਮਾਰਥ ਦੇ ਪਤਾ ਕੋਈ ਨਹੀਂ ਚੱਲਦਾ। ਸਤਿਗੁਰੂ ਮਹਾਰਾਜ, ਇਹ ਬਾਣੀ ਪੜ੍ਹੇ ਦਾ ਕੋਈ ਲਾਭ ਵੀ ਹੈ ਜਾਂ ਨਹੀਂ? ਤੇ ਮਹਾਰਾਜ ਜੀ ਨੇ ਉਸ ਵੇਲੇ ਕਿਹਾ ਸੀ, ਅਗਲੇ ਦਿਨ ਸਤਿਗੁਰੂ ਮਹਾਰਾਜ ਘੋੜੇ ਤੇ ਸਵਾਰ ਨੇ। ਰਸਤੇ ਵਿੱਚ ਜਾਂਦਿਆਂ ਹੋਇਆਂ ਸਤਿਗੁਰੂ ਮਹਾਰਾਜ ਨੇ ਇੱਕ ਭਾਂਡਾ, ਮਿੱਟੀ ਦਾ ਭਾਂਡਾ, ਜਿਹਦੇ ਵਿੱਚ ਕਿਤੇ ਇਸ ਸਮੇਂ ਘਿਓ ਰੱਖਿਆ ਜਾਂਦਾ ਹੋਵੇਗਾ, ਉਹ ਭਾਂਡੇ ਨੂੰ ਦੇਖ ਕੇ ਮਹਾਰਾਜ ਨੇ ਇਸ਼ਾਰਾ ਕੀਤਾ ਕਿ ਇਸ ਦੇ ਟੁੱਟੇ ਹੋਏ ਭਾਂਡੇ ਦੀ ਠੀਕਰੀ ਚੁੱਕ ਕੇ ਲੈ ਕੇ ਆਓ। ਸਿੱਖਾਂ ਨੇ ਉਹ ਟੁੱਟੀ ਹੋਈ ਠੀਕਰ ਜਿਹੜੀ ਸੀ ਸਤਿਗੁਰੂ ਮਹਾਰਾਜ ਜੀ ਦੇ ਸਾਹਮਣੇ ਲਿਆਏ। ਮਹਾਰਾਜ ਨੇ ਕਿਹਾ ਕਿ ਇਹਦੇ ਵਿੱਚ ਥੰਧਿਆਈ ਹੈ, ਇਹਦਾ ਕਾਰਨ ਕੀ ਹੈ? ਜਿਹੜੇ ਨਾਲ ਜਗਿਆਸੂ ਸਨ ਉਹਨਾਂ ਨੇ ਕਿਹਾ ਕਿ ਸਤਿਗੁਰੂ ਮਹਾਰਾਜ, ਇਹਦੇ ਵਿੱਚ ਕਿਸੇ ਸਮੇਂ ਕੋਈ ਘਿਓ ਰੱਖਦਾ ਹੋਏਗਾ, ਜਿਸ ਦੇ ਕਰਕੇ ਇਹਦੇ ਵਿੱਚ ਇਹ ਥੰਧਾਪਨ ਜਿਹੜਾ ਹੈ, ਇਹ ਚਿਕਨਤਾ ਜਿਹੜੀ ਹੈ ਉਹ ਰਹਿ ਗਈ ਹੈ। ਸਤਿਗੁਰੂ ਮਹਾਰਾਜ ਜੀ ਨੇ ਉੱਥੇ ਫਿਰ ਸਮਝਾਉਣਾ ਕੀਤਾ ਕਿ ਅਸੀਂ ਬਾਣੀ ਪੜ੍ਹਦੇ ਹਾਂ, ਵਿਚਾਰ ਕੇ ਪੜ੍ਹਨੀ ਚੰਗੀ ਗੱਲ ਹੈ। ਜਿਹੜਾ ਬਾਣੀ ਨੂੰ ਵਿਚਾਰ ਕਰਕੇ, ਸਮਝ ਕਰਕੇ ਪੜ੍ਹਦਾ ਹੈ, ਬਹੁਤ ਚੰਗਾ ਹੈ। ਪਰ ਜੇਕਰ ਨਹੀਂ ਇਤਨੀ ਸਮਝ ਪੈਂਦੀ ਤਾਂ ਬਾਣੀ ਪੜ੍ਹਨੀ ਨਹੀਂ ਛੱਡਣੀ ਚਾਹੀਦੀ। ਗੁਰਬਾਣੀ ਜਿਹੜੀ ਹੈ ਇਹ ਪਰਮਾਤਮਾ ਦੇ ਨਾਲ ਸਾਡਾ ਨਾ ਮੇਲ ਜੋੜਦੀ ਹੈ। ਜਿਵੇਂ ਘਰ ਦੇ ਵਿੱਚ ਅੱਜ ਅਸੀਂ ਦੇਖਦੇ ਹਾਂ ਕਿ ਬਿਜਲੀ ਵਾਇਰ ਦੇ ਰਾਹੀਂ, ਤਾਰਾਂ ਦੇ ਰਾਹੀਂ ਸਾਡੇ ਘਰ ਤੱਕ ਪਹੁੰਚਦੀ ਹੈ। ਹੁਣ ਕਿਸੇ ਟਾਈਮ 'ਤੇ ਕੋਈ ਬਿਜਲੀ ਖਰਾਬ ਹੋ ਜਾਏ, 2-4 ਦਿਨ ਬਿਜਲੀ ਨਾ ਆਏ, ਤਾਂ ਕੋਈ ਵੀ ਐਸਾ ਦੰਪਤੀ ਨਹੀਂ, ਕੋਈ ਵੀ ਐਸਾ ਪਰਿਵਾਰ ਦਾ ਮੈਂਬਰ ਨਹੀਂ ਜੋ ਇਹ ਕਹਿੰਦਾ ਹੋਵੇ ਕਿ ਨਹੀਂ ਬਿਜਲੀ ਆਉਂਦੀ ਕੋਈ ਨਹੀਂ ਤੇ ਤਾਰਾਂ ਲਾ ਸੁੱਟਣੀਆਂ ਚਾਹੀਦੀਆਂ ਨੇ। ਬਸ ਇਹੀ ਆਸ ਕਰਦੇ ਨੇ ਕਿ ਚਲੋ ਜਿਸ ਦਿਨ, ਜਿਸ ਸਮੇਂ ਵੀ ਬਿਜਲੀ ਆਏਗੀ, ਉਹ ਉਸੇ ਵੇਲੇ ਜਿਹੜਾ ਹੈ ਇਹ ਤਾਰਾਂ ਦੇ ਰਾਹੀਂ ਸਾਡੇ ਘਰ ਤੱਕ ਪਹੁੰਚ ਜਾਏਗੀ।
ਇਸ ਕਰਕੇ ਇਹ ਜ਼ਰੂਰੀ ਹੈ ਕਿ ਜਿਹੜੀਆਂ ਤਾਰਾਂ ਨੇ ਉਹ ਜੁੜੀਆਂ ਰਹਿਣ, ਤਾਂ ਬਿਜਲੀ ਆਏਗੀ, ਤਾਂ ਚਾਨਣ ਹੋਏਗਾ, ਤਾਂ ਰੌਸ਼ਨੀ ਪ੍ਰਕਾਸ਼ ਘਰ ਦੇ ਵਿੱਚ ਹੋਵੇਗਾ। ਇਸੇ ਤਰ੍ਹਾਂ ਬਾਣੀ ਜਿਹੜੀ ਪੜ੍ਹਨੀ ਹੈ, ਇਹ ਬਾਣੀ ਦਾ ਪੜ੍ਹਨਾ ਪਰਮਾਤਮਾ ਦੇ ਨਾਲ ਸੰਬੰਧ ਜੋੜਨਾ ਹੈ। ਤੇ ਜਿਤਨਾ ਅਸੀਂ ਬਾਣੀ ਨੂੰ ਪੜ੍ਹਦੇ ਜਾਵਾਂਗੇ, ਉਨਾ ਹੀ ਪਰਮਾਤਮਾ ਦੇ ਨਾਲ ਉਹ ਸੰਬੰਧ ਜਿਹੜੇ ਨੇ ਉਹ ਪੱਕੇ ਹੁੰਦੇ ਜਾਂਦੇ ਨੇ। ਸਤਿਗੁਰੂ ਮਹਾਰਾਜ ਜੀ ਨੇ, ਸਿੱਖ ਨੇ ਪੁੱਛਿਆ ਜਗਿਆਸੂ ਨੇ ਕਿ ਮਹਾਰਾਜ ਆਪ ਕਿਰਪਾ ਕਰੋ, ਉਪਦੇਸ਼ ਦੇਣਾ ਕਰੋ। ਸਤਿਗੁਰੂ ਮਹਾਰਾਜ ਜੀ ਨੇ ਗੌੜੀ ਰਾਗ ਦੇ ਅੰਦਰ ਫਰਮਾਨ ਕੀਤਾ, ਪ੍ਰਾਨੀ ਕਉ ਹਰ ਜਸ ਮਨ ਨਹੀਂ ਆਵੇ। ਕਿਉਂਕਿ ਜਦੋਂ ਅਸੀਂ ਬਾਣੀ ਪੜ੍ਹਦੇ ਹਾਂ, ਸੁਣਦੇ ਹਾਂ, ਉਦੋਂ ਮਨ ਜਿਹੜਾ ਹੈ ਉਹ ਹੋਰਾਂ ਪਾਸੇ ਦੌੜ ਜਾਂਦਾ ਹੈ। ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਉਦਾਸੀ ਜਦੋਂ ਮਹਾਰਾਜ ਜੀ ਨੇ ਪਹਿਲੀ ਕੀਤੀ, ਉਸ ਵੇਲੇ ਇੱਕ ਸਿੱਖ ਦੇ ਘਰ ਗਏ, ਜਿਸ ਦਾ ਨਾਂ ਇਤਿਹਾਸ ਨੇ ਭਾਈ ਝੰਡਾ ਕਰਕੇ ਲਿਖਿਆ ਹੈ। ਭਾਈ ਝੰਡਾ ਬਾਡੀ ਕਰਕੇ ਇਸ ਦਾ ਨਾਮ ਇਤਿਹਾਸ ਦੇ ਵਿੱਚ ਦਰਜ ਹੈ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਤੋਂ ਪਹਿਲਾਂ ਬਾਣੀ ਇੱਥੋਂ ਤੱਕ ਪਹੁੰਚੀ ਹੈ। ਇਹਨੇ ਮਹਾਰਾਜ ਜਦੋਂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜਾਂਦੇ ਨੇ ਤੇ ਇਹਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਬਾਣੀ ਪੜ੍ਹਦੇ ਹਾਂ ਤੇ ਮਨ ਨਹੀਂ ਟਿਕਦਾ। ਕਿਉਂਕਿ ਇਹ ਉਸ ਸਮੇਂ ਦੇ ਸਿੱਖਾਂ ਦੀ ਇਕੱਲੀ ਤਰਾਸਦੀ ਨਹੀਂ ਸੀ। ਅੱਜ ਵੀ ਬਹੁਤ ਸਾਰੇ ਐਸੇ ਜਗਿਆਸੂ ਨੇ ਜਿਹੜੇ ਮਨ ਦੇ ਵਿੱਚ ਇਹੀ ਪ੍ਰਸ਼ਨ ਲੈ ਕੇ ਗੁਰੂ ਘਰ ਦੇ ਵਿੱਚ ਆਉਂਦੇ ਨੇ ਕਿ ਕੀ ਕਰੀਏ, ਕਿਵੇਂ ਕਰੀਏ ਕਿ ਮਨ ਜਿਹੜਾ ਹੈ ਉਹ ਟਿਕ ਜਾਏ, ਬਾਣੀ ਸੁਣੀਏ, ਬਾਣੀ ਦਾ ਰਸ ਸਾਨੂੰ ਆਉਣਾ ਸ਼ੁਰੂ ਹੋ ਜਾਏ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਭਾਈ ਝੰਡਾ ਬਾਡੀ ਜਿਹੜਾ ਹੈ ਉਹਨੂੰ ਆਪਣੇ ਸਨਮੁਖ, ਆਪਣੇ ਸਾਹਮਣੇ ਬਿਠਾਉਣਾ ਕੀਤਾ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ, ਝੰਡਾ ਜੀ ਹੁਣ ਬਾਣੀ ਪੜ੍ਹੋ। ਸਾਖੀਕਾਰ ਲਿਖਦੇ ਨੇ ਕਿ ਭਾਈ ਝੰਡੇ ਨੇ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਸਾਹਮਣੇ ਸਨਮੁਖ ਹੋ ਕਰਕੇ ਬਾਣੀ ਨੂੰ ਪੜ੍ਹਿਆ। ਸਮਾਪਤੀ ਕਰਕੇ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਆਪਣਾ ਸੀਸ ਰੱਖ ਦਿੱਤਾ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ, ਝੰਡਾ ਜੀ ਆਪ ਜੀ ਆਖਦੇ ਹੋ ਕਿ ਬਾਣੀ ਪੜ੍ਹਿਆ ਅੰਦਰ ਆਨੰਦ ਰਸ ਨਹੀਂ ਆਉਂਦਾ, ਅੱਜ ਦੱਸੋ ਆਨੰਦ ਆਇਆ ਕਿ ਨਹੀਂ ਆਇਆ? ਕਹਿਣ ਲੱਗਾ, ਮਹਾਰਾਜ ਜਿੰਨਾ ਆਨੰਦ, ਜਿੰਨਾ ਰਸ ਅੱਜ ਪ੍ਰਾਪਤ ਹੋਇਆ ਹੈ, ਇੰਨਾ ਅੱਜ ਤੋਂ ਪਹਿਲਾਂ ਕਦੀ ਵੀ ਨਹੀਂ ਮਿਲਿਆ। ਮਹਾਰਾਜ ਨੇ ਪੁੱਛਿਆ ਕਿ ਅੱਜ ਕਿਉਂ ਪ੍ਰਾਪਤ ਹੋਇਆ? ਕਹਿਣ ਲੱਗਾ, ਇਸ ਕਰਕੇ ਮਹਾਰਾਜ ਕਿ ਅੱਜ ਆਪ ਜੀ ਸਾਹਮਣੇ ਬੈਠੇ ਸੀ ਤੇ ਤੁਹਾਡੇ ਸਾਹਮਣੇ ਬੈਠ ਕੇ ਬਾਣੀ ਪੜ੍ਹਨ ਨਾਲ, ਤੁਹਾਡੇ ਦਰਸ਼ਨ ਕਰਨ ਨਾਲ, ਤੁਹਾਡੀ ਆਬਾ, ਤੁਹਾਡੀ ਹਜ਼ੂਰੀ ਵਿੱਚ ਪੜ੍ਹਨ ਦੇ ਨਾਲ ਮਹਾਰਾਜ ਇਹ ਆਨੰਦ ਪ੍ਰਾਪਤ ਹੋਇਆ। ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਨੇ ਕਿ ਹਾਂ ਬਿਲਕੁਲ, ਕਿ ਜਿਸ ਵੇਲੇ ਵੀ ਬਾਣੀ ਪੜ੍ਹਨੀ ਹੈ ਹਜ਼ੂਰੀ ਵਿੱਚ ਪੜ੍ਹਨੀ ਹੈ। ਇਹ ਜਾਣ ਕੇ ਪੜ੍ਹਨੀ ਕਿ ਗੁਰੂ ਨਾਨਕ ਸਾਹਮਣੇ ਬੈਠਾ ਸਾਨੂੰ ਸੁਣਦਾ ਪਿਆ ਹੈ। ਗੁਰੂ ਗੈਰ ਹਾਜ਼ਰ ਕਦੀ ਨਹੀਂ ਹੁੰਦਾ, ਗੁਰੂ ਹਾਜ਼ਰ ਨਾਜ਼ਰ ਹੈ। ਗੁਰੂ ਸਾਨੂੰ ਸੁਣਦਾ ਪਿਆ ਹੈ, ਗੁਰੂ ਸਾਨੂੰ ਦੇਖਦਾ ਪਿਆ ਹੈ। ਤੇ ਜਦੋਂ ਬਾਣੀ ਪੜ੍ਹਨ ਲੱਗਿਆ ਮਨ ਦੇ ਵਿੱਚ ਇਹ ਵਿਚਾਰ ਬਣਾ ਕਰਕੇ ਬਾਣੀ ਪੜ੍ਹੋਗੇ, ਸਤਿਗੁਰੂ ਮਹਾਰਾਜ ਕਹਿੰਦੇ ਨੇ ਉਸ ਦਿਨ ਆਨੰਦ ਵੀ ਆਏਗਾ। ਮਨ ਲਾਗੇ ਕਿ ਇਹ ਨਿਸ਼ਾਨੀ ਮਿੱਠੀ ਲਾਗੇ ਪ੍ਰੈ ਕੀ ਬਾਣੀ। ਸਤਿਗੁਰੂ ਮਹਾਰਾਜ ਗੁਰੂ ਤੇਗ ਬਹਾਦਰ ਜੀ ਕਿਰਪਾ ਕਰਦੇ ਨੇ, ਪ੍ਰਾਨੀ ਕੋ ਹਰ ਜਸ ਮਨ ਨਹੀਂ ਆਵੇ, ਅਹਨਿਸ ਮਗਨ ਰਹੇ ਮਾਇਆ ਮੈਂ ਕਹੋ ਕੈਸੇ ਗੁਣ ਗਾਵੇ। ਮਹਾਰਾਜ ਕਹਿੰਦੇ ਨੇ ਕਿ ਮਨ ਜਿਹੜਾ ਹੈ ਉਹ ਤਾਂ ਕਾਬੂ ਦੇ ਵਿੱਚ ਨਹੀਂ ਕੀਤਾ, ਵਸ ਦੇ ਵਿੱਚ ਨਹੀਂ ਆਇਆ। ਅਹਨਿਸ ਦਿਨ ਰਾਤ, ਦਿਨ ਤੇ ਰਾਤ, ਅਹਨਿਸ, ਇਹ ਕਹਿੰਦੇ ਨੇ ਦਿਨ ਨੂੰ ਤੇ ਨਿਸ ਕਹਿੰਦੇ ਨੇ ਰਾਤ ਨੂੰ। ਅਹਨਿਸ ਮਗਨ ਰਹੇ ਮਾਇਆ ਮੈਂ, ਮਾਇਆ ਦੇ ਵਿੱਚ ਹਰ ਵੇਲੇ ਮਨ ਜਿਹੜਾ ਹੈ ਉਹ ਦਿਨੇ ਜਾਗਦਿਆਂ ਹੋਇਆਂ ਵੀ ਮਗਨ ਹੈ। ਤੇ ਜਿਸ ਵੇਲੇ ਜਿੰਦਾ ਮਨ ਦਿਨੇ ਮਾਇਆ ਦੇ ਵਿੱਚ ਮਗਨ ਹੈ, ਜਿਸ ਵੇਲੇ ਉਹ ਰਾਤ ਨੂੰ ਸੌਂਦਾ ਹੈ, ਆਰਾਮ ਕਰਦਾ ਹੈ, ਉਹਦੇ ਮਨ ਦੇ ਵਿੱਚ ਫਿਰ ਸੁੱਤਿਆਂ ਵੀ ਮਨ ਦੇ ਖਿਆਲ ਆਉਂਦੇ ਨੇ।
ਤੇ ਕਈ ਤਾਂ ਸਾਰਾ ਸਾਰਾ ਦਿਨ ਕੀ ਸਾਰੀ ਸਾਰੀ ਰਾਤ ਵੀ ਦੌੜਦੇ ਨੇ ਮਾਇਆ ਦੇ ਪਿੱਛੇ ਤਾਂ ਕਿ ਮਾਇਆ ਪ੍ਰਾਪਤ ਹੋ ਜਾਵੇ। ਸਤਿਗੁਰੂ ਮਹਾਰਾਜ ਕਹਿੰਦੇ ਨੇ ਕਹੋ ਕੈਸੇ ਗੁਣ ਗਾਵੈ। ਫਿਰ ਦੱਸੋ ਜਦੋਂ ਮਨ ਕੋਲ ਨਹੀਂ, ਮਨ ਬੈਠਾ ਹੀ ਨਹੀਂ ਬਾਣੀ ਪੜ੍ਹਨ ਵਾਸਤੇ, ਮਨ ਬੈਠਿਆ ਹੀ ਨਹੀਂ ਗੁਣ ਗਾਉਣ ਵਾਸਤੇ, ਤੇ ਮਹਾਰਾਜ ਕਹਿੰਦੇ ਨੇ ਕਿ ਫਿਰ ਜਦੋਂ ਮਨ ਉੱਥੇ ਨਹੀਂ ਕਹੋ ਕੈਸੇ ਗੁਣ ਗਾਵੇ, ਕਿਵੇਂ ਗੁਣ ਗਾਵੇਂਗਾ। ਮਹਾਰਾਜ ਜੀ ਨੇ ਉਦਾਹਰਨ ਦਿੱਤੀ। ਸਤਿਗੁਰੂ ਮਹਾਰਾਜ ਕਹਿੰਦੇ ਨੇ ਮ੍ਰਿਗ ਤ੍ਰਿਸ਼ਨਾ ਜਿਉ ਝੂਠੋ ਇਹ ਜਗ। ਮ੍ਰਿਗ ਕਹਿੰਦੇ ਨੇ ਹਿਰਨ ਨੂੰ, ਤੇ ਮ੍ਰਿਗ ਤ੍ਰਿਸ਼ਨਾ ਦੇ ਅਰਥ ਹੁੰਦੇ ਨੇ ਕਿ ਹਿਰਨ ਦੇ ਅੰਦਰ ਨਾ ਪਾਣੀ ਦੇ ਵਾਸਤੇ ਜਿਹੜੀ ਤ੍ਰਿਸ਼ਨਾ ਹੈ ਕਿ ਮੈਨੂੰ ਪਾਣੀ ਜਲ ਪ੍ਰਾਪਤ ਹੋ ਜਾਏ। ਤੇ ਵਿਦਵਾਨ ਕਹਿੰਦੇ ਨੇ ਕਿ ਹਿਰਨ ਪਾਣੀ ਦੀ ਤਲਾਸ਼ ਦੇ ਵਿੱਚ ਜਦੋਂ ਦੌੜਦਾ ਹੈ ਵੀਰਾਨ ਇਲਾਕਿਆਂ ਦੇ ਵਿੱਚੋਂ ਨਿਕਲਦਾ ਹੈ, ਤੇ ਵੀਰਾਨ ਇਲਾਕਿਆਂ ਦੇ ਵਿੱਚ ਕੁਝ ਰੇਤਾ ਦੇ ਕਣ ਜਿਹੜੇ ਨੇ ਧੁੱਪ ਰੌਸ਼ਨੀ ਦੀਆਂ, ਧੁੱਪ ਦੀਆਂ, ਸੂਰਜ ਦੀਆਂ ਜਿਸ ਵੇਲੇ ਕਿਰਨਾਂ ਉਹਨਾਂ ਦੇ ਉੱਤੇ ਪੈਂਦੀਆਂ ਨੇ ਤੇ ਉਹ ਰੇਤ ਦੇ ਕਣ ਜਿਹੜੇ ਨੇ ਇਵੇਂ ਚਮਕਦੇ ਨੇ, ਦੂਰੋਂ ਇਵੇਂ ਲੱਗਦਾ ਹੈ ਕਿ ਜਿਵੇਂ ਉਸ ਥਾਂ ਤੇ ਪਾਣੀ ਹੋਵੇਗਾ। ਹਿਰਨ ਫਿਰ ਉਸ ਤਲਾਬ ਦੀ, ਉਸ ਪਾਣੀ ਦੀ ਪ੍ਰਾਪਤੀ ਵਾਸਤੇ ਦੌੜਦਾ ਹੈ, ਦੌੜਦਾ ਰਹਿੰਦਾ ਹੈ, ਕਿਉਂਕਿ ਉਹ ਜਿੰਨਾ ਅੱਗੇ ਜਾਂਦਾ ਹੈ ਉਹਨੂੰ ਪ੍ਰਤੀਤ ਹੁੰਦਾ ਹੈ ਕਿ ਸ਼ਾਇਦ ਇਸ ਤੋਂ ਅੱਗੇ ਪਾਣੀ ਹੋਵੇਗਾ। ਪਰ ਉਹਦੀ ਉਹ ਤ੍ਰਿਸ਼ਨਾ ਜਿਹੜੀ ਹੈ, ਸਤਿਗੁਰੂ ਮਹਾਰਾਜ ਕਹਿੰਦੇ ਨੇ ਮ੍ਰਿਗ ਤ੍ਰਿਸ਼ਨਾ ਜਿਉ ਝੂਠੋ ਇਹ ਜਗ। ਮਹਾਰਾਜ ਨੇ ਤੁਲਨਾ ਕੀ ਕਰਦੇ ਨੇ ਕਿ ਇਹ ਜਿਹੜਾ ਜਗਤ ਹੈ, ਇਸ ਜਿਹੜਾ ਸੰਸਾਰ ਹੈ, ਇਹ ਐਵੇਂ ਹੈ ਜਿਵੇਂ ਹਿਰਨ ਜਿਸ ਤ੍ਰਿਸ਼ਨਾ ਦੇ ਪਿੱਛੇ ਦੌੜਦਾ ਹੈ ਉਹ ਸੱਚ ਨਹੀਂ, ਉਹ ਕੇਵਲ ਛਲ ਹੈ, ਕੇਵਲ ਉਹ ਧੋਖਾ ਹੈ, ਤੇ ਉਸ ਧੋਖੇ ਦੇ ਪਿੱਛੇ ਉਹ ਦੌੜ ਦੌੜ ਕੇ ਆਪਣੀ ਜ਼ਿੰਦਗੀ ਗਵਾ ਲੈਂਦਾ ਹੈ। ਤੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਮ੍ਰਿਗ ਤ੍ਰਿਸ਼ਨਾ ਜਿਉ ਝੂਠੋ ਇਹ ਜਗ ਦੇਖ ਤਾਸ ਉੱਠ ਧਾਵੇ। ਤ੍ਰਿਸ਼ਨਾਲੂ ਇਨਸਾਨ ਦੀ ਹਾਲਤ ਇਹ ਹੈ ਕਿ ਜੋ ਆਪਣੇ ਕੋਲ ਹੈ ਉਹਦੇ ਵਿੱਚ ਸੰਤੋਖ ਨਹੀਂ ਹੈ, ਤੇ ਜੋ ਆਪਣਾ ਨਹੀਂ ਉਹਦੇ ਪਿੱਛੇ ਉਹ ਦੌੜਦਾ ਹੈ ਕਿ ਇਹ ਵੀ ਸ਼ਾਇਦ ਮੈਨੂੰ ਪ੍ਰਾਪਤ ਹੋ ਜਾਏ। ਮਹਾਰਾਜ ਕਹਿੰਦੇ ਨੇ ਬਿਲਕੁਲ ਹਾਲਤ ਇਹ ਹੋ ਗਈ ਇਨਸਾਨ ਦੀ ਕਿ ਆਪਣੇ ਕੋਲ ਰੱਖੀ ਹੋਈ ਵਸਤੂ ਨਾਲ ਸੰਤੋਖ ਜਾਂ ਸਬਰ ਜੀਵਨ ਦੇ ਵਿੱਚ ਨਹੀਂ ਆਉਂਦਾ। ਤੇ ਦੇਖ ਤਾਸ ਉੱਠ ਧਾਵੇ, ਦੂਸਰੇ ਵੱਲੇ ਧਨ ਨੂੰ ਦੇਖ ਕੇ ਤੇ ਫਿਰ ਉਸ ਪਾਸੇ ਨੂੰ ਦੌੜਦਾ ਹੈ, ਉਸ ਪਾਸੇ ਨੂੰ ਜਾਂਦਾ ਹੈ। ਜਨ ਨਾਨਕ ਕੋਟਨ ਮੈਂ ਕੋ ਭਜਨ ਰਾਮ ਕੋ ਪਾਵੇ। ਸਤਿਗੁਰੂ ਮਹਾਰਾਜ ਕਹਿੰਦੇ ਨੇ ਕਿ ਕੋਟਨ ਮੈਂ ਕੋ, ਭਜਨ ਕਰਨ ਵਾਲੇ ਬਹੁਤ ਮਿਲਣਗੇ, ਕੀਰਤਨ ਕਰਨ ਵਾਲੇ ਬਹੁਤ ਮਿਲਣਗੇ, ਕੀਰਤਨ ਸੁਣਨ ਵਾਲਿਆਂ ਦੀ ਵੀ ਕਮੀ ਕੋਈ ਨਹੀਂ ਹੋਏਗੀ, ਕਥਾ ਵਿਚਾਰ ਕਰਨ ਵਾਲੇ ਵੀ ਬਹੁਤ ਮਿਲ ਜਾਣਗੇ, ਕਥਾ ਦੇ ਸਰੋਤੇ ਵੀ ਬਹੁਤ ਮਿਲ ਜਾਣਗੇ। ਪਰ ਕੋਈ ਕਦੀ ਕਦਾਈ ਇੱਕ ਅੱਧਾ ਜਗਿਆਸੂ ਉਹਨਾਂ ਦੇ ਵਿੱਚ ਹੁੰਦਾ ਹੈ ਕਿ ਜਿਹੜਾ ਸੱਚਮੁੱਚ ਮਨ ਕਰਕੇ ਜਨ ਨਾਨਕ ਕੋਟਨ ਮੈਂ ਕੋ, ਬਹੁਤਿਆਂ ਦੇ ਵਿੱਚ, ਸੈਂਕੜਿਆਂ ਕਰੋੜਾਂ ਦੇ ਵਿੱਚ ਸਤਿਗੁਰੂ ਮਹਾਰਾਜ ਕਹਿੰਦੇ ਨੇ ਕੋਈ ਇੱਕ ਅੱਧ ਹੁੰਦਾ ਹੈ ਭਜਨ ਰਾਮ ਕੋ ਪਾਵੇ, ਜਿਹਦੇ ਅੰਦਰ ਪਰਮਾਤਮਾ ਨੂੰ ਜਪਣ ਦੀ ਜਾਂ ਉਸ ਰਮੇ ਹੋਏ ਰੱਬ ਨੂੰ ਜਿਹਨੇ ਹਿਰਦੇ ਵਿੱਚ ਪ੍ਰਾਪਤ ਕੀਤਾ ਹੋਵੇ। ਔਰ ਇਹ ਵੀ ਸੱਚ ਹੈ ਕਿ ਜਿਤਨੀ ਅਸੀਂ ਸਾਧਨਾ ਕਰਦੇ ਹਾਂ, ਗੁਰੂ ਘਰ ਦੇ ਵਿੱਚ ਬੈਠਦੇ ਹਾਂ, ਜਾ ਕੇ ਸੰਗਤ ਕਰਦੇ ਹਾਂ, ਇਹ ਇਸੇ ਕਰਕੇ ਕਰਦੇ ਹਾਂ ਕਿ ਕਿਤੇ ਪ੍ਰਮਾਤਮਾ ਕਿਰਪਾ ਕਰੇ ਕਿ ਉਹਨਾਂ ਕੋਟਨ ਮੈਂ ਕੋ ਦੀ ਗੱਲ ਜਿਹੜੀ ਮਹਾਰਾਜ ਕਹਿੰਦੇ ਆ ਨਾ, ਕੋਟਨ ਮੈਂ ਕੋ, ਕਰੋੜਾਂ ਵਿੱਚ ਇੱਕ ਅੱਧ, ਸਤਿਗੁਰੂ ਮਹਾਰਾਜ ਕਹਿੰਦੇ ਨੇ ਕਿ ਉਹ ਗੱਲ, ਉਹ ਖੇਡ ਬਣ ਸਕੇ ਤਾਂ ਅਸੀਂ ਸੰਗਤ ਵਿੱਚ ਬੈਠਣਾ, ਤਾਂ ਅਸੀਂ ਕਥਾ ਕਰਨੀ ਤੇ ਸੁਣਨੀ ਹੈ, ਤਾਂ ਕੀਰਤਨ ਕਰਨਾ ਤੇ ਸੁਣਨਾ ਹੈ, ਤਾਂ ਅਸੀਂ ਬਾਣੀ ਪੜ੍ਹਨੀ ਤੇ ਸੁਣਨੀ ਹੈ, ਤਾਂ ਕਿ ਕੋਟਨ ਮੈਂ ਕੋ ਭਜਨ ਰਾਮ ਕੋ ਪਾਵੇ, ਕਰੋੜਾਂ ਦੇ ਵਿੱਚ ਅਸੀਂ ਆ ਸਕੀਏ। ਮਹਾਰਾਜ ਬਾਣੀ ਦੇ ਵਿੱਚ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ। ਸਤਿਗੁਰੂ ਮਹਾਰਾਜ ਕਹਿੰਦੇ ਨੇ ਕਿ ਹੈਨ ਵਿਰਲੇ ਨਾਹੀ ਕਨੇ ਫੈਲ ਫਕੜ ਸੰਸਾਰ। ਮਹਾਰਾਜ ਕਹਿੰਦੇ ਨੇ ਇਹ ਵੀ ਸ਼ੱਕ ਨਹੀਂ ਕਿ ਹੈਗੇ ਨਹੀਂ ਆ ਨਾਮ ਜਪਣ ਵਾਲੇ, ਸ਼ੱਕ ਨਾ ਕਰਿਆ ਕਰ। ਪਰ ਸਤਿਗੁਰੂ ਮਹਾਰਾਜ ਕਹਿੰਦੇ ਨੇ ਬਹੁਤੇ ਵੀ ਨਹੀਂ ਹਨ, ਜੁੜੇ ਹੋਏ, ਜਾਗੇ ਹੋਏ, ਪਰਮਾਤਮਾ ਤੱਕ ਪਹੁੰਚੇ ਹੋਏ, ਓਤ ਪੋਤ ਹੋਏ,
ਜਿਵੇਂ ਬੂੰਦ ਸਾਗਰ ਦੇ ਵਿੱਚ ਰਲ ਜਾਂਦੀ ਹੈ, ਜਿਵੇਂ ਕਿਰਨ ਸੂਰਜ ਦੇ ਵਿੱਚ ਅਭੇਦ ਹੋ ਜਾਂਦੀ ਹੈ, ਜਿਵੇਂ ਜੋਤੀ ਜੋਤ ਰਲੀ ਸੰਪੂਰਨ ਥੀ ਆਰਾਮ ਮਹਾਰਾਜ ਜੀ ਆਖਦੇ ਨੇ, ਇਵੇਂ ਦੀ ਅਵਸਥਾ ਵਾਲੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਹੈਨ, ਹੈਨ ਤੋਂ ਭਾਵੇਂ ਕਿ ਹੈਗੇ ਨੇ, ਇਹ ਨਹੀਂ ਕਿ ਨਹੀਂ ਹੈਨ, ਹੈਨ ਵਿਰਲੇ, ਵਿਰਲੇ ਨੇ, ਬਹੁਤ ਥੋੜ੍ਹੇ ਹੋਣਗੇ, ਨਾ ਹੀ ਘਨੇ, ਬਹੁਤੇ ਨਹੀਂ। ਸਤਿਗੁਰੂ ਮਹਾਰਾਜ ਕਹਿੰਦੇ ਨੇ ਨਹੀਂ ਬਹੁਤੇ ਨਹੀਂ ਹੋਣਗੇ, ਹੋਣਗੇ ਜ਼ਰੂਰ ਪਰ ਥੋੜ੍ਹੇ ਹੋਣਗੇ। ਹੈਨ ਵਿਰਲੇ ਨਾ ਹੀ ਘਨੇ, ਫੈਲ ਫੱਕੜ ਸੰਸਾਰ। ਸਤਿਗੁਰੂ ਮਹਾਰਾਜ ਕਹਿੰਦੇ ਨੇ ਇਸ ਕਰਕੇ ਕਿ ਜਿੰਨੀ ਸਾਧਨਾ ਮਨ ਦੀ ਹੈ ਉਹ ਇਹ ਹੈ ਕਿ ਮਨ ਤ੍ਰਿਸ਼ਨਾ ਪਿੱਛੇ ਦੌੜਦਾ ਹੈ, ਮਨ ਅਗਿਆਨ ਪਿੱਛੇ ਦੌੜਦਾ ਹੈ, ਔਰ ਇੰਨਾ ਜ਼ਿਆਦਾ ਦੌੜਦਾ ਹੈ ਕਿ ਅਹਨਿਸ ਦਿਨ ਰਾਤ ਮਨ ਦੇ ਅੰਦਰ ਇਹ ਲਾਲਸਾ ਰਹਿੰਦੀ ਹੈ ਕਿ ਮੈਨੂੰ ਤ੍ਰਿਸ਼ਨਾ, ਮੇਰੀ ਜੋ ਆਸ ਮੈਂ ਮਨ ਦੇ ਵਿੱਚ ਰੱਖੀ ਬੈਠਾ ਹੈ ਕਿ ਧਨ ਮਿਲ ਜਾਏ, ਦੂਸਰੇ ਦਾ ਮੈਨੂੰ ਪ੍ਰਾਪਤ ਹੋ ਜਾਏ। ਸਤਿਗੁਰੂ ਮਹਾਰਾਜ ਕਹਿੰਦੇ ਨੇ ਉਹ ਉਸ ਤ੍ਰਿਸ਼ਨਾ ਦੇ ਪਿੱਛੇ ਹੀ ਦੌੜਦਾ ਹੈ। ਸਤਿਗੁਰੂ ਮਹਾਰਾਜ ਜੀ ਦਾਨ ਦਿੱਤਾ। ਇਸ ਤੋਂ ਬਾਅਦ ਵੀ ਸਤਿਗੁਰੂ ਮਹਾਰਾਜ ਜੀ ਨੇ ਮਨ ਬਣਾਇਆ ਕਿ ਅਸਾਮ ਵਾਲੇ ਪਾਸੇ ਸਤਿਗੁਰੂ ਮਹਾਰਾਜ ਜੀ ਨੇ ਜਾਣਾ ਹੈ। ਘਰ ਦੇ ਵਿੱਚ ਮਾਮਾ ਕਿਰਪਾਲ ਚੰਦ ਜੀ, ਭਾਈ ਸੰਗਤੀਆ, ਭਾਈ ਦਿਆਲਾ ਜੀ ਇਤਿਆਦਿਕ ਜਿਹੜੇ ਸਿੱਖ ਸਨ, ਉਹਨਾਂ ਦੀ ਸੇਵਾ ਲਈ ਕਿ ਆਪ ਜੀ ਨੇ ਘਰ ਦੇ ਵਿੱਚ ਸਾਂਭ ਸੰਭਾਲ ਕਰਨੀ, ਘਰ ਦਾ ਪ੍ਰਬੰਧ ਚਲਾਉਣਾ। ਔਰ ਜਿਤਨੇ ਅਸੀਂ ਹੁਕਮਨਾਮੇ ਅੱਗੇ ਦਰਸ਼ਨ ਵੀ ਸਤਿਗੁਰੂ ਮਹਾਰਾਜ ਜੀ ਦੀ ਕਿਰਪਾ ਨਾਲ ਕਰਾਂਗੇ ਕਿ ਸਤਿਗੁਰੂ ਮਹਾਰਾਜ ਹੁਕਮਨਾਮਾ ਲਿਖਦੇ ਨੇ ਤੇ ਭਾਈ ਦਿਆਲੇ ਦੇ ਨਾਮ ਤੇ ਖਾਸ ਕਰਕੇ ਲਿਖਦੇ ਨੇ। ਮਹਾਰਾਜ ਕਹਿੰਦੇ ਨੇ ਕਿ ਭਾਈ ਦਿਆਲੇ ਕਾ ਕਹਿਆ ਸਾਡਾ ਕਹਿਆ ਜਾਨਣਾ। ਦੇਖੋ ਸਿੱਖ ਦੇ ਨਾਲ ਕਿੰਨਾ ਪਿਆਰ, ਇੱਕ ਤਾਂ ਸਿੱਖ ਨੂੰ ਭਾਈ ਕਰਕੇ ਪੁਕਾਰਦੇ ਆ ਤੇ ਦੂਸਰਾ ਸਤਿਗੁਰੂ ਮਹਾਰਾਜ ਕਹਿੰਦੇ ਨੇ ਭਾਈ ਦਿਆਲੇ ਕਾ ਕਹਿਆ ਸਾਡਾ ਕਹਿਆ ਜਾਨਣਾ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ, ਇੱਕ ਉੱਥੇ ਦਾਈ ਹੈ ਬੇਬੇ ਪੇੜੀ ਭਾਈ, ਇਹ ਪੇੜੀ ਭਾਈ ਜਿਹੜੀ ਹੈ ਇਹ ਦਾਈ ਸੀ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪ੍ਰਕਾਸ਼ ਦੇ ਸਮੇਂ। ਔਰ ਮਹਾਰਾਜ ਜੀ ਨੇ ਇਹਦੇ ਵਾਸਤੇ ਵੀ ਬਹੁਤ ਸਾਰੀਆਂ ਜਿਹੜੀਆਂ ਬਖਸ਼ਿਸ਼ਾਂ ਇਹਨੂੰ ਤੇ ਅੱਗੇ ਦੇ ਪਰਿਵਾਰ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਦਿੱਤੀਆਂ। ਔਰ ਸਤਿਗੁਰੂ ਮਹਾਰਾਜ ਜੀ ਨੇ ਹੁਕਮ ਵੀ ਕੀਤਾ ਸੀ ਕਿ ਘਰ ਦੇ ਵਿੱਚ ਸਾਹਿਬਜ਼ਾਦੇ ਦਾ ਜਨਮ ਹੋਣਾ ਹੈ, ਤੇ ਜਦੋਂ ਘਰ ਦੇ ਵਿੱਚ ਜਨਮ ਹੋਵੇ ਤੇ ਗੁਰੂ ਕੀ ਦਰਗਾਹ ਤੇ ਉਹ ਪ੍ਰਵਾਨ ਹੋਏਗਾ ਜਿਹਨੇ ਧਨ ਨੂੰ ਖਰਚਿਆ। ਗੁਰੂ ਘਰੇ ਉਹਦੀ ਕੌਡੀ ਜਿਹੜੀ ਹੈ ਉਹ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਕਹਿੰਦੇ ਨੇ ਉਹ ਮੋਹਰ ਬਣ ਕਰਕੇ ਮਿਲੇਗੀ। ਸੋ ਸਤਿਗੁਰੂ ਮਹਾਰਾਜ ਜੀ ਜਾਣ ਦੀ ਤਿਆਰੀ ਕੀਤੀ। ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਗੁਰਦਿੱਤਾ ਜੀ ਤੇ ਗੁਰੂ ਕੇ ਕੀਰਤਨੀਏ ਜਿਹੜੇ ਸਨ ਸਤਿਗੁਰੂ ਮਹਾਰਾਜ ਜੀ ਨੇ ਉਹ ਨਾਲ ਲਏ। ਮਹਾਰਾਜ ਪਾਤਸ਼ਾਹ ਜੀ ਇੱਥੋਂ ਸਤਿਗੁਰੂ ਮਹਾਰਾਜ ਫਿਰ ਪਟਨੇ ਦੀ ਧਰਤੀ ਤੋਂ ਮਹਾਰਾਜ ਜੀ ਨੇ ਇਹ ਜਿਹੜੀ ਯਾਤਰਾ ਸੀ ਅਸਾਮ ਤੇ ਟਾਕੇ ਵੱਲ ਦੀ, ਗੁਰੂ ਸਾਹਿਬ ਜੀ ਨੇ ਇਹ ਆਰੰਭ ਕੀਤੀ ਹੈ। ਔਰ ਇਹ ਅਗਲਾ ਇਤਿਹਾਸ ਜਿਹੜਾ ਹੈ ਅਗਲੇ ਦੀਵਾਨ ਦੇ ਵਿੱਚ ਆਪਾਂ ਸਰਵਣ ਕਰਾਂਗੇ ਕਿ ਰਸਤੇ ਵਿੱਚ ਸਤਿਗੁਰੂ ਮਹਾਰਾਜ ਜੀ ਨੇ ਕਿੰਨਾ ਕਿੰਨਾ ਨੂੰ ਜੀ ਦਾਨ ਦਿੱਤਾ। ਸੇ ਜੰਤ ਭਏ ਹਰਿਆਵਲੇ, ਉਹ ਕਿਹੜੇ ਜੰਤ ਸਨ ਜਿਨ੍ਹਾਂ ਨੇ ਗੁਰੂ ਕੇ ਦਰਸ਼ਨ ਕੀਤੇ ਤੇ ਜੀਵਨ ਸਫਲਾ ਕੀਤਾ। ਅੰਤ ਦੇ ਵਿੱਚ ਅਰਦਾਸ, ਸਤਿਗੁਰੂ ਮਹਾਰਾਜ ਕਿਰਪਾ ਕਰੋ, ਜਗਤ ਜਲੰਦਾ ਰੱਖ ਲੈ, ਆਪਣੀ ਕਿਰਪਾ ਧਾਰ, ਜਿਤ ਦੁਆਰੇ ਉਬਰੇ, ਤਿੱਤੇ ਲਿਹੋ ਉਭਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇਗ ਬਹਾਦਰ ਸਿਮਰਿਐ